ਦੋਸਤੋ ਸਹੁਰਿਆਂ ਨੇ ਕਹਿੰਦੇ ਗੱਡੀਆਂ ਤਾਂ ਜਵਾਈਆਂ ਨੂੰ ਦਿੰਦੇ ਆਏ ਪਰ ਪੈਸੇ ਇਹਨੇ ਘੁੰਮ ਘੁੰਮ ਕੇ ਮੇਰੇ ਖਿਆਲ 'ਚ ਕਦੇ ਆਏ ਨਹੀਂ ਹੋਣੇ। ਮੈਂ ਗੱਲ ਕਰਨ ਲੱਗਿਆ ਕਹਿੰਦੇ ਐਮਐਲਏ ਸਾਹਿਬ ਦਾ ਆਪ ਵਾਲਿਆਂ ਦੇ ਮਜਾਜੀ ਕਿਸੇ ਅਜੇ ਠੰਡੇ ਨਹੀਂ ਹੋਏ ਸੀ। ਆ ਦਾਜ ਦਾ ਕਿੱਸਾ ਨਵਾਂ ਆ ਗਿਆ ਜਿਹਦੀ ਜ਼ਿਕਰ ਦੋਸਤੋ ਕੈਨੇਡਾ ਤੋਂ ਮੈਂ ਕਿ FM ਕੈਨੇਡਾ ਤੋਂ ਮੈਂ ਕਿ ਕਨੈਕਟ ਵਾਲਿਆਂ ਤੋਂ ਹਰਕਮਲ ਸਿੰਘ ਨੇ ਕੀਤੀ ਆ। ਉਹਨਾਂ ਨੇ ਗੱਲ ਦੱਸੀ ਆ ਦੋਸਤੋ, ਕਹਿੰਦੇ ਗੱਡੀ ਦੇ ਕੇ ਸਹੁਰੇ ਤਾਂ ਬਾਗੇ ਹੁਣ ਸਾਲੇ ਕਹਿੰਦੇ ਲੱਭਦੇ ਹੀ ਨਹੀਂ। ਹੁਣ ਗੱਡੀ ਦਿੱਤੀ ਕਿਹਨਾਂ ਨੇ ਆ? ਸਾਰਿਆਂ ਨੇ ਸ਼ਾਇਦ ਸੁਣਿਆ ਹੋਊਗਾ। ਰਹਿ ਚੁੱਕੇ ਮੈਂ ਕਿ ਵਿਧਾਇਕ ਨੇ ਇਹਨਾਂ ਦੇ ਅਮਰਜੀਤ ਸਿੰਘ ਸੰਦੋਹਾ ਜੀ ਰੋਪੜ ਤੋਂ ਜਿਹੜੇ ਰਹਿ ਚੁੱਕੇ ਨੇ, ਕਹਿੰਦੇ ਉਹਨਾਂ ਨੂੰ ਇੱਕ ਗੱਡੀ ਦਿੱਤੀ ਗਈ ਆ 50-60 ਲੱਖ ਦੀ ਗੱਡੀ ਆ। ਤੇ ਗੱਡੀ ਦੇ ਜਿਹੜੇ ਪੈਸੇ ਸੀ ਦੋਸਤੋ ਉਹ ਕੰਪਨੀ ਨੂੰ ਤਾਰਦਾ ਕੌਣ ਆ? ਵਰਿੰਦਰ ਸਿੰਘ ਨਾਂ ਦਾ ਬੰਦਾ ਤਾਰਦਾ। ਕਹਿੰਦੇ ਜੀ ਸਹੁਰਿਆਂ ਤੋਂ ਗੱਡੀ ਮਿਲੀ ਆ, ਸਮੇਤ ਬਿੱਲ ਗੱਡੀ ਦੇ ਕੇ ਗਏ ਆ ਸਹੁਰੇ। ਕਹਿੰਦੇ ਵਰਿੰਦਰ ਸਿੰਘ ਦੋਸਤੋ ਗੱਡੀ ਦੇ ਪੈਸੇ ਦਿੰਦਾ ਤੇ ਉਹ ਵਰਿੰਦਰ ਸਿੰਘ ਦੇ ਗੱਡੀ ਦੇ ਜਿਹੜਾ ਕੰਪਨੀ ਨੂੰ ਸਿੱਧੇ ਪੇ ਕਰਦਾ ਉਹਦੇ ਖਾਤੇ 'ਚ ਪੈਸੇ ਕਿੱਥੋਂ ਆਉਂਦੇ ਆ? ਉਹਦੇ ਘਰ ਵਾਲੀ ਦੇ ਖਾਤੇ 'ਚੋਂ ਆਉਂਦੇ ਆ। ਚਲੋ ਫਿਰ ਵੀ ਮੰਨ ਲਿਆ, ਪਰ ਉਹਦੀ ਘਰ ਵਾਲੀ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਆ ਦੋਸਤੋ ਉਹ ਕਿੱਥੋਂ ਆਉਂਦੇ ਆ? ਉਹ ਜੰਗਲਾਤ ਮਹਿਕਮੇ ਦੇ ਜਿਹੜੇ ਇੱਕ ਕਰਪਸ਼ਨ ਦੇ ਕੇਸ 'ਚ ਘਿੜੇ ਹੋਏ ਮਗੇ ਭਿੰਡਰ ਭਰਾ ਨੇ ਨਾ, ਉਹਨਾਂ ਦੇ ਖਾਤੇ 'ਚੋਂ ਵਰਿੰਦਰ ਸਿੰਘ ਦੀ ਘਰ ਵਾਲੀ ਦੇ ਖਾਤੇ 'ਚ ਪੈਸੇ ਆਉਂਦੇ ਆ। ਤੇ ਉਹ ਕਿੱਥੋਂ ਆਏ ਆ? ਹੁਣ ਘਪਲਾ ਕਿਹਨਾਂ ਨਾਲ ਹੋਇਆ? ਪੰਜਾਬੀਆਂ ਨਾਲ ਹੋਇਆ। ਤਾਂ ਦਾਜ ਦੀ ਗੱਡੀ ਦੋਸਤੋ ਅਸੀਂ ਦਿੱਤੀ ਆ, ਜਿਹੜੀ ਸਹੁਰਿਆਂ ਨੇ ਦਿੱਤੀ ਆ। ਜੇ ਗੱਲ ਨੂੰ ਮਹਿਸੂਸ ਕਰਦੇ ਹੋ ਕਿਸੇ ਹੱਦ ਤੱਕ ਤਾਂ ਗੱਲ ਨੂੰ ਅੱਗੇ ਤੋਰ ਦਿਓ। ਦੋਸਤੋ ਬੇਨਤੀ ਇਹੀ ਕਰਨ ਲੱਗਿਆ ਤੁਹਾਡੇ ਨਾਲ ਕਿ ਜਿਹੜੇ ਘਪਲੇ ਹੋਣ ਲੱਗੇ ਵੇ ਆ ਇਹਨਾਂ ਦੇ ਖਿਲਾਫ ਬੋਲੂਗਾ ਕੌਣ? ਮੈਂ ਕਹਿੰਦਾ ਸ਼ਰਮ ਮਹਿਸੂਸ ਕਿਹਨੂੰ ਹੁੰਦੀ ਆ? ਲੋਕਾਂ ਨੂੰ ਹੁੰਦੀ ਆ। ਤਾਂ ਹੱਲਿਆਂ ਨੇ ਬੈਠਿਆਂ ਨੇ ਜਵਾਬ ਨਹੀਂ ਦੇਣੇ। ਜਿਨ੍ਹਾਂ ਨੇ ਭਰਾਵਾਂ ਨੇ ਸਾਡੇ ਨਾਲ ਜੁੜੇ ਹੋਏ, ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਨਾ, ਅਗਲਾ ਉਹਨਾਂ ਨੂੰ ਝੇਡਾਂ ਕਰਦਾ ਬਦਲਾਅ ਆ ਗਿਆ। ਤੇ ਬਦਲਾਅ ਫਿਰ ਅਗਲਾ ਦੱਸਦਾ ਜੀ ਬਦਲਾਅ ਬਹੁਤ ਆ ਗਿਆ। ਅੱਗੇ ਤਾਂ ਲੋਕਾਂ ਦੇ ਸੁਣਦੇ ਸੀ, ਅੱਜ ਕੱਲ੍ਹ MLA'ਆਂ ਦੇ ਕਹਿੰਦੇ ਇਸ਼ਕਾਂ ਦੇ ਚਰਚੇ ਵੀ ਚੱਲਦੇ ਆ, ਮਜਾਜੀ ਕਿੱਸੇ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਆ, ਹੋਰ ਬੜਾ ਕੁਝ ਚੱਲੀ ਜਾਂਦਾ। ਤਾਂ ਇਹਨਾਂ ਸਾਰੇ ਕਿੱਸਿਆਂ ਦੇ ਜਿਹੜੇ ਮੈਂ ਕਿ ਹੈਗੀ ਇਹਨਾਂ ਦੇ ਠੱਲ ਤੁਹਾਨੂੰ ਲਾਉਣੀ ਪਊ ਤਾਂ ਕਿ ਸ਼ਰਮ ਮੰਨਣ। ਉਹਨਾਂ ਨੂੰ ਸ਼ਰਮ ਕੋਈ ਨਹੀਂ। ਇਸੇ ਕਰਕੇ ਕਹਿੰਦੇ ਸੀ ਵੀ ਜ਼ਿਆਦਾਤਰ ਕੁਝ MLA ਜਿਹੜੇ ਆਪ ਦੇ ਬਣੇ ਆ ਨਾ, ਉਹਨਾਂ ਦੇ ਕਿਰਦਾਰ ਬਹੁਤਿਆਂ ਦੇ ਹੈ ਨਹੀਂ। ਯਾਰ ਇੱਥੋਂ ਤੱਕ ਕੀ ਆ ਹੋਇਆ ਪਿਆ, ਇੱਕ MLA ਜਿਹੜੀ ਮਹਿਲਾ MLA ਆ ਆਪ ਦੀ, ਉਹਦੇ ਘਰ ਵਾਲੇ ਵੱਲੋਂ ਉਹਦੇ ਤੇ ਤਸ਼ੱਦਦ ਕੀਤਾ ਜਾਂਦਾ, ਕਹਿੰਦੇ ਟੌਰਚਰ ਕੀਤਾ ਗਿਆ ਉਹਨੂੰ। ਉਹ ਗੱਲ ਵਿੱਚੇ ਦੱਬੀ ਵੀ ਆ, ਏਰੀਏ 'ਚ ਬਹੁਤ ਚਰਚਿਤ ਆ ਉਸ ਏਰੀਏ ਦੇ ਵਿੱਚ, ਪਰ ਉਹਨੂੰ ਟੌਰਚਰ ਕੀਤਾ ਗਿਆ ਉਹਦੇ ਘਰ ਵਾਲੇ ਵੱਲੋਂ। ਡੋਮੈਸਟਿਕ ਵਾਇਲੈਂਸ ਦਾ ਮੈਂ ਕਿ ਉਹਦੇ ਪਰਚਾ ਅਜੇ ਤੱਕ ਨਹੀਂ ਹੋਇਆ। ਕੁੱਟਮਾਰ ਹੋਈ ਆ MLA ਦੀ, ਇੱਕ ਔਰਤ ਦੀ। ਤੇ ਜੇਕਰ ਔਰਤ ਇੱਕ MLA ਸੇਫ ਨਹੀਂ ਆਪ ਦੀ ਤਾਂ ਹੋਰ ਸੇਫ ਕੌਣ ਹੋਊਗਾ? ਇਸ ਗੱਲ ਨੂੰ ਉਜਾਗਰ ਕਰਨਾ ਬਣਦਾ, ਉਸ ਦੇ ਨਾਲ ਖੜਨਾ ਬਣਦਾ, ਕਿਉਂਕਿ ਕਿਸੇ ਨਾਲ ਵੀ ਹੋ ਸਕਦਾ। ਪਿੱਛੇ ਜੇ ਕਿੱਸਾ ਸੁਣਿਆ ਸੀ, ਕਹਿੰਦੇ IS ਅਫਸਰ ਦੇ ਮੈਂ ਕਿ ਮੂੰਹ ਦੇ ਉੱਪਰ ਪਾਣੀ ਦਾ ਗਲਾਸ ਸਿੱਟਿਆ ਸੀ, ਉਹਦੇ ਘਰ ਵਾਲੇ ਨੇ ਵਿਚਾਰੀ ਚੁੱਪ ਕਰਕੇ ਪੀ ਗਈ। ਹੁਣ MLA ਚੁੱਪ ਕਰਕੇ ਪੀ ਗਈ ਤਾਂ ਔਰਤ ਨੂੰ ਦਰਜਾ ਦੇਊਗਾ ਕੌਣ ਬਰਾਬਰ? ਜੇ ਔਰਤਾਂ ਨਾਲ ਧੱਕਾ ਸਰਕਾਰ ਦੇ ਵਿੱਚ MLA ਨਾਲ ਹੀ ਹੋਈ ਜਾਂਦਾ ਤੇ ਫਿਰ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੂਗਾ? ਇਸ ਕਰਕੇ ਇਹ ਗੱਲ ਨੂੰ ਚਰਚਾ ਦਾ ਵਿਸ਼ਾ ਬਣਾਉਣਾ ਪੈਣਾ ਤਾਂ ਕਿ ਇਹ ਗੱਲ ਦੇ ਉੱਤੇ ਦੋਸਤੋ ਕੁਝ ਨਾ ਕੋਈ ਐਕਸ਼ਨ ਲਿਆ ਜਾਵੇ, ਤਾਂ ਕਿ ਕੋਈ ਐਗਜ਼ਾਮਪਲ ਸੈੱਟ ਕੀਤੀ ਜਾਵੇ। ਅੱਜ MLA ਦੇ ਨਾਲ ਜੇ ਮੈਂ ਕਿ ਘਰੇਲੂ ਹਿੰਸਾ ਦਾ ਮੈਂ ਕਿ ਹੋ ਰਹੀ ਆ ਤਾਂ ਪਰ ਹੋਰ ਲੋਕਾਂ ਨਾਲ ਕਿੱਥੇ ਹੋਊ? ਉਹ ਕਿਸੇ ਵੀ ਭੈਣ ਆ, ਭਾਵੇਂ ਚਾਹੇ MLA ਆ ਪਰ ਇੱਕ ਔਰਤ ਆ, ਤਾਂ ਉਹਦੇ ਨਾਲ ਧੱਕਾ ਜਿਹੜਾ ਹੋਇਆ ਤਾਂ ਉਹਦੇ ਖਿਲਾਫ ਸਰਕਾਰ ਨੂੰ ਵੀ ਬੋਲਣਾ ਬਣਦਾ। ਕੱਲ ਬੜੀ ਵਧੀਆ ਗੱਲ ਦੋਸਤੋ ਅਮਨ ਅਰੋੜਾ ਜੀ ਨੇ ਕੀਤੀ, ਵਧੀਆ ਵੀ ਲੱਗੀ ਕਿਉਂਕਿ ਉਹਨਾਂ ਨੇ ਸਾਫ਼ ਸੁਥਰੀ ਗੱਲ ਕੀਤੀ, ਉਹਨਾਂ ਨੇ ਸਿੱਧੀ ਗੱਲ ਕੀਤੀ। ਜਦੋਂ ਸੰਦੋਹਾ ਬਾਰੇ ਸਵਾਲ ਕੀਤਾ ਕਿ ਵੀ ਤੁਹਾਡੇ MLA ਜਿਹੜਾ ਰਹਿ ਚੁੱਕੇ MLA ਆ, ਉਹ ਕਹਿੰਦਾ ਜੀ ਕਾਂਗਰਸ 'ਚ ਗਿਆ ਸੀਗਾ ਤੇ ਪਾ ਤਾਂ ਕਹਿੰਦੇ ਲੱਗ ਹੀ ਜਾਂਦਾ। ਬੇਸ਼ੱਕ ਭਾਵੇਂ ਉਹ ਵੀ ਕਾਂਗਰਸ 'ਚ ਰਹੇ ਨੇ, ਪਰ ਮੈਂ ਕਹਿੰਦਾ ਇੱਕ ਵਾਰੀ ਜਦੋਂ ਬੰਦਾ ਦੁੱਧ ਧੋਤਾ ਵਾਸ਼ਿੰਗ ਮਸ਼ੀਨ 'ਚ ਸਾਫ਼ ਹੋ ਜਾਂਦਾ, ਫਿਰ ਜੇ ਜਾ ਕੇ ਚਿੱਕੜ 'ਚ ਵੜੂਗਾ ਫਿਰ ਉਹ ਮੂਰਖਾ। ਉਹ ਕਹਿੰਦੇ ਜੀ ਹੋ ਗਿਆ, ਉਹਨਾਂ ਨੇ ਮੰਨ ਨਹੀਂ ਲਿਆ ਲਗਭਗ ਮੈਂ ਉਹਨਾਂ ਦੇ ਬਿਆਨ ਦੇ ਹਿਸਾਬ ਨਾਲ। ਉਹ ਕਹਿੰਦੇ ਵੀ ਹਾਂਜੀ ਤੇ ਉਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ। ਇੱਕ ਅਰੋੜਾ ਸਾਹਿਬ ਨੇ ਬੜੀ ਵਧੀਆ ਜਿਹੜੀਆਂ ਕਲੋਨੀਆਂ ਦੋਸਤੋ ਨਿਯਮਤ ਮਾ ਕੇ ਰੈਗੂਲਰ ਚੱਲ ਰਹੀਆਂ ਸੀ, ਉਹ ਕਹਿੰਦੇ ਹਾਈ ਕੋਰਟ ਨੇ ਨਾ ਸਵਾਲ ਕੀਤਾ 2 IS ਅਫਸਰਾਂ ਨੂੰ। ਉਹ ਕਹਿੰਦੇ ਤੁਸੀਂ ਯਾਰ ਕਿੱਡੀ ਸ਼ਰਮ ਲਾਹੀ ਵੀ ਆ। ਕਹਿੰਦੇ ਅਨਆਥੋਰਾਈਜ਼ਡ ਕਲੋਨੀਆਂ ਖੜੀਆਂ ਕਰ ਦਿੰਦਾ ਮਾਫੀਆ ਜਿਹੜਾ ਹੈਗਾ। ਕੰਕਰੀਟ ਦੇ ਕਹਿੰਦੇ ਜੰਗਲ ਖੜੇ ਹੋ ਗਏ। ਅਰੋੜਾ ਸਾਹਿਬ ਨੇ ਬੜਾ ਵਧੀਆ ਬੋਲਿਆ ਕੱਲ। ਉਹ ਕਹਿੰਦੇ ਕੰਕਰੀਟ ਦੇ ਜੰਗਲ ਖੜੇ ਹੋ ਗਏ ਤੇ IS ਲੌਬੀ ਵਾਲੇ 2 ਬੰਦਿਆਂ ਨੂੰ ਜਿਹੜੇ ਸੈਕਟਰੀ ਰੈਂਕ ਦੇ ਆ, ਉਹਨੂੰ ਹਾਈ ਕੋਰਟ ਨੇ ਸਵਾਲ ਕੀਤਾ। ਕਹਿੰਦੇ ਵੀ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਰਕਾਰਾਂ ਕੀ ਕਰਦੀਆਂ? ਪਹਿਲਾਂ ਨਜਾਇਜ਼ ਜਦੋਂ ਬਣਦੀਆਂ ਕਲੋਨੀਆਂ ਉਦੋਂ ਤੁਸੀਂ ਕਿੱਥੇ ਸੁੱਤੇ ਪਏ ਹੁੰਦੇ ਹੋ? ਹਜ਼ਾਰਾਂ ਦੀ ਗਿਣਤੀ 'ਚ ਨਜਾਇਜ਼ ਕਲੋਨੀਆਂ ਪੰਜਾਬ ਦੇ ਵਿੱਚ ਖੜੀਆਂ ਹੁੰਦੀਆਂ ਨੇ। ਵੋਟਾਂ ਵੇਲੇ ਫਿਰ ਕੀ ਕੀਤਾ ਜਾਂਦਾ? ਵੋਟਾਂ ਜਿਹੜੀ ਪਾਰਟੀ ਬਣ ਜਾਂਦੀ ਆ ਪੈਸੇ ਲੈ ਕੇ, ਉਹੀ ਦੋਸਤੋ ਫਿਰ ਕੀ ਉਹਨਾਂ ਨੂੰ ਰੈਗੂਲਰ ਕਰ ਦਿੰਦੀਆਂ ਨੇ, ਜਿਹੜੀਆਂ ਅਨਆਥੋਰਾਈਜ਼ਡ ਹੁੰਦੀਆਂ ਨੇ। ਆਓ ਪਹਿਲਾਂ ਤੁਸੀਂ ਜਾਣਦੇ ਹੋ ਜਿਹੜੀ ਬਿਲਡਿੰਗ ਪਰਸੋਂ ਚੌਥੇ ਢਾਈ ਆ ਨਾ, ਟਾਵਰ ਜਿਹੜੇ ਢਾਏ ਇਸੇ ਕਰਕੇ ਢਾਏ ਆ। ਮੈਂ ਕਹਿੰਦਾ ਜਿਹੜੀਆਂ ਗਲਤ ਤਰੀਕੇ ਨਾਲ ਖੜੀਆਂ ਕੀਤੀਆਂ ਮਾਗੇ ਕਲੋਨੀਆਂ ਨੇ, ਉਹਨਾਂ ਕਲੋਨੀਆਂ ਦੇ ਉੱਤੇ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਅਫਸਰ ਜ਼ਿੰਮੇਵਾਰ ਨੇ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਉਹ ਕਲੋਨੀਆਂ ਖੜੀਆਂ ਕੀਤੀਆਂ, ਚਾਹੇ EO ਆ ਚਾਹੇ ਸ਼ਹਿਰ ਦਾ ਮਿਊਨਿਸਪਲ ਕਮਿਸ਼ਨਰ ਆ। ਉਹਨਾਂ ਸਾਰਿਆਂ ਨੂੰ ਦੋਸਤੋ ਮੈਂ ਕਹਿੰਦਾ ਬਣਦੀ ਸਜ਼ਾ ਬਣਨੀ ਚਾਹੀਦੀ ਆ। ਠੀਕ ਆ, ਉਹਨਾਂ ਨੇ ਇੱਕ ਗੱਲ ਕਹੀ ਆ ਕਿ ਕੈਂਸਲ ਨਹੀਂ ਹੁੰਦੀਆਂ ਫਾਲਤੂ ਦੀਆਂ ਗੱਲਾਂ ਨੇ, ਗੱਲ ਵੀ ਸਹੀ ਆ, ਪਰ ਉਹਨਾਂ ਬੰਦਿਆਂ ਤੇ ਜੇ ਐਕਸ਼ਨ ਹੋਊਗਾ ਤਾਂ ਗਾਹਾਂ ਨੂੰ ਕੋਈ ਇਹੋ ਜਿਹੇ ਸਟੈਪ ਨਾ ਲਊਗਾ।
ਅਮਨ ਅਰੋੜਾ ਜੀ ਨੇ ਮੈਂ ਕਿ ਫਾਲਤੂ ਮੈਂ ਕਿ ਡਫਾਂਗ ਨੇ ਇਹ ਨਹੀਂ ਗੱਲ ਕਹੀ ਕਿ ਹਾਂਜੀ ਅਸੀਂ ਜੀ ਸਾਰੇ ਕੈਂਸਲ ਕਰ ਦਿਆਂਗੇ, ਐਂ ਕਰ ਦਿਆਂਗੇ। ਉਹਨਾਂ ਨੂੰ ਵੀ ਪਤਾ, ਕਿਉਂਕਿ ਲੋਕਾਂ ਦੇ ਪੈਸੇ ਲੱਗੇ ਹੋਏ ਆ, ਲੋਕਾਂ ਨਾਲ ਠੱਗੀ ਮਾਰਦੇ ਆ, ਉਹੀ ਮਾਰਦੇ ਆ ਜਿਹੜੇ ਬਿਲਡਰ ਹੈਗੇ ਆ। ਕਲੋਨੀਆਂ ਖੜੀਆਂ ਹੋ ਗਈਆਂ, ਰੈਗੂਲਰ ਤਾਂ ਕਰਨੀਆਂ ਪੈਣਗੀਆਂ, ਪਰ ਗਾਹਾਂ ਨੂੰ ਨਿਯਮਤ ਕਲੋਨੀਆਂ ਜੇ ਖੜੀਆਂ ਨਹੀਂ ਕਰਨੀਆਂ, ਰੋਕਣੀਆਂ, ਤਾਂ ਉਹਦੇ ਵਾਸਤੇ ਸਾਨੂੰ ਵੀ ਬੋਲਣਾ ਪਊ। ਤੇ ਸਰਕਾਰਾਂ ਪੁਰਾਣੀਆਂ ਖੜੀਆਂ ਹੋਈਆਂ ਕਲੋਨੀਆਂ 'ਚ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਨੂੰ ਟੰਗਣਾ ਬਣਦਾ। ਤੇ ਅਰੋੜਾ ਸਾਹਿਬ ਨੂੰ ਬੇਨਤੀ ਕਰਦੇ, ਉਹਨਾਂ 'ਤੇ ਐਕਸ਼ਨ ਜ਼ਰੂਰ ਲਿਓ। ਤੁਹਾਡਾ ਬਿਆਨ ਬੜਾ ਸਾਫ਼ ਸੁਥਰਾ ਸੀ ਤੇ ਸਾਫ਼ ਗੋਈ ਨਾਲ ਗੱਲ ਕੀਤੀ ਆ, ਉਹਦੀ ਸ਼ਲਾਘਾ ਵੀ ਕਰਦੇ ਆ। ਤੇ ਇੱਕ ਕੱਲ ਦੋਸਤੋ ਜਿਹੜਾ ਮੁੱਖ ਮੰਤਰੀ ਸਾਹਿਬ ਮੱਥਾ ਟੇਕਣ ਜਾਂਦੇ ਆ ਦਰਬਾਰ ਸਾਹਿਬ, ਉਹ ਅਸੀਂ ਕਹਿੰਦੇ ਸੀ ਉੱਥੇ ਦਰਬਾਰ ਸਾਹਿਬ ਜਦੋਂ ਆਪਾਂ ਜਾਂਦੇ ਆ ਨਾ ਦੋਸਤੋ, ਮਨ ਖਿੱਚਦਾ ਕਿ VIP ਮੈਂ ਕਿ ਪਾਲੇ ਪਾਸੇ ਦੀ ਲੈ ਕੇ ਜਾਂਦਾ, ਅਸੀਂ ਗੁਰੂ ਘਰ ਜਾ ਕੇ VIP ਬਣਦੇ ਆ ਯਾਰ। ਮੁੱਖ ਮੰਤਰੀ ਤੋਂ ਅਸੀਂ ਇਹ ਆਸ ਨਹੀਂ ਕਰਦੇ, ਬਹੁਤ ਲੋਕਾਂ ਨੇ ਇਹ ਗੱਲਾਂ ਕਹੀਆਂ ਵੀ ਨੇ ਤੇ ਗੱਲ ਮਸਲਾ ਵੀ ਬਣਾਇਆ। ਦਰਬਾਰ ਸਾਹਿਬ ਮੱਥਾ ਟੇਕਣ ਗਏ, ਉੱਥੇ ਆਪਦੀ CMਸ਼ਿਪ ਮੈਂ ਕਹਿਣਾ ਘਰੇ ਧਰ ਕੇ ਜਾਣੀ ਸੀ ਜਾਂ ਪਾਸੇ ਧਰ ਦਿੰਦੇ। ਇੱਕ ਸਧਾਰਨ ਬੰਦੇ ਬਣ ਕੇ ਮੈਂ ਕਹਿਣਾ ਸਾਡੇ ਗੁਰੂ ਸਾਹਿਬ ਦੇ ਦਰਬਾਰ 'ਚ ਮੁਗਲ ਬਾਦਸ਼ਾਹ ਵੀ ਆ ਕੇ ਲੰਗਰ ਦੇ ਵਿੱਚ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕ ਕੇ ਗਏ ਸੀ। ਤੇ ਅਸੀਂ ਆਪਦੀ ਕੀ ਮੈਂ ਕਿ ਆਪਦੀ ਟੌਰ ਦਿਖਾਉਣ ਦੇ ਮਾਰੇ ਕੀ ਕਰਦੇ ਹਾਂ, ਵੱਧ ਤੋਂ ਵੱਧ 1 ਘੰਟਾ 3-3 ਘੰਟੇ ਲੇਟ ਜੇ ਤੁਸੀਂ ਪਹੁੰਚਦੇ ਹੋ ਪ੍ਰੋਗਰਾਮਾਂ 'ਚ, ਤਾਂ ਤੁਸੀਂ ਮੇਰੇ ਖਿਆਲ ਘੰਟਾ ਲੇਟ ਹੋ ਜਾਂਦੇ। ਸਧਾਰਨ ਤਰੀਕੇ ਨਾਲ ਮੱਥਾ ਟੇਕਦੇ CM ਸਾਹਿਬ, ਤੁਸੀਂ ਆਮ ਬੰਦੇ ਦਿਸਣੇ ਸੀ, ਪਰ ਉੱਥੇ ਆਮ ਨਹੀਂ, ਉੱਥੇ CM ਵੀ ਖਾਸ ਦਿਸਿਆ। ਇਸ ਕਰਕੇ ਉੱਥੇ ਸਧਾਰਨ ਤਰੀਕੇ ਨਾਲ ਮੱਥਾ ਟੇਕਣਾ ਬਣਦਾ ਸੀ, ਕਿਉਂਕਿ ਗੁਰੂ ਘਰਾਂ 'ਚ ਜਾ ਕੇ ਅਸੀਂ ਆਪਦੀ ਈਗੋ ਤੇ ਆਪਦੀ ਮੈਂ ਨਹੀਂ ਜੇ ਛੱਡਾਂਗੇ। ਅਸੀਂ ਲੋਕਾਂ ਨੂੰ ਵੀ ਜਾ ਕੇ ਕਹਿੰਦੇ ਆ ਪੱਖਿਆਂ ਤੇ ਨਾਂ ਲਿਖਦੇ ਆ, ਪੱਥਰਾਂ ਦੇ ਸੰਗਮਰਮਰ ਤੇ ਖੋਦ ਕੇ ਨਾਂ ਲਿਖਦੇ ਆ, ਫਲਾਨੇ ਦੀ ਜਾਤ ਜੀ ਆਹ ਕਰਤਾ ਉਹ ਕਰਤਾ। ਜੇ ਗੁਰੂ ਘਰ ਜਾ ਕੇ ਵੀ ਮੈਂ ਚੱਕੀ ਫਿਰਨੀ ਆ ਨਾ, ਪੱਖਿਆਂ ਦੇ ਨਾਂ ਲਿਖਾਉਣੇ ਆ, ਪੱਥਰਾਂ ਦੇ ਨਾਂ ਲਿਖਾਉਣੇ ਆ, ਫਿਰ ਗੁਰੂ ਘਰ ਜਾਣ ਦਾ ਫਾਇਦਾ ਕੋਈ ਨਹੀਂ। ਨਾ ਗੁਰਬਾਣੀ ਨੂੰ ਅਸੀਂ ਮੰਨਦੇ ਆ, ਫਿਰ ਅਸੀਂ ਗੁਰਬਾਣੀ ਦੀ ਨਹੀਂ ਮੰਨਦੇ, ਗੁਰਬਾਣੀ ਨੂੰ ਹੀ ਮੰਨਦੇ ਆ। ਇਸ ਕਰਕੇ CM ਸਾਹਿਬ ਤੋਂ ਘੱਟੋ ਘੱਟ ਜਿਹੜੇ ਆਮ ਆਦਮੀ ਪਾਰਟੀ ਉਹਨਾਂ ਤੋਂ ਆਸ ਨਹੀਂ ਰੱਖਦੇ, ਆਮ ਤਰੀਕੇ ਨਾਲ ਵਿਚਰਨਾ ਚਾਹੀਦਾ ਸੀ। ਜੇ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਜ਼ਰੂਰ ਕਰ ਦਿਓ, ਜੇ ਗੂੰਗੇ ਉੱਠ ਨਹੀਂ ਹੈਗੇ। ਜੇ ਬੋਲਣਾ ਜਾਣਦੇ ਹੋ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਹੀਆਂ ਰੱਖਦੇ ਹੋ, ਤਾਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਕਮੈਂਟ ਕਰਿਓ। ਬਾਕੀ ਜਿਹੜਾ ਖੇਡਾਂ ਦਾ ਕੱਲ ਪ੍ਰੋਗਰਾਮ ਸ਼ੁਰੂਆਤ ਕੀਤੀ ਆ, ਵਧਾਈ ਦੇ ਪਾਤਰ ਆ। ਇਸ ਤਰੀਕੇ ਦੇ ਪ੍ਰੋਗਰਾਮ ਸਟੇਟ ਵੱਲੋਂ ਆਰਗੇਨਾਈਜ਼ ਕਰਕੇ ਜੇ 2 ਮਹੀਨੇ ਚੱਲਣਗੇ, ਇੱਕ ਖੇਡ ਮੇਲਾ ਪੰਜਾਬ 'ਚ ਆਏ ਸਾਲ ਜੇ 2 ਮਹੀਨੇ ਇਸੇ ਤਰੀਕੇ ਨਾਲ ਕਰਾਉਣਗੇ, ਉਹ ਵਧਾਈ ਦੇ ਪਾਤਰ ਆ। ਬੜਾ ਵਧੀਆ ਐਫਰਟ ਆ ਤੇ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੂਗੀ। ਜਿਸ ਤਰੀਕੇ ਨਾਲ ਅੱਗੇ ਚੱਲਣਗੀਆਂ ਉਵੇਂ ਦੋਸਤੋ ਇਹ ਚੀਜ਼ਾਂ ਦੇ ਵਿੱਚੋਂ ਫਿਰ ਬੱਚੇ ਜੇ ਅੱਗੇ ਲਿਜਾਏ ਵੀ ਜਾਣਗੇ। ਪਰ ਕੱਲਾ ਇੱਥੇ ਤੱਕ ਨਾ ਅਸੀਂ ਕੱਲਾ ਬੱਲੇ ਬੱਲੇ ਕਰਾਉਣ ਤੱਕ ਛੱਡ ਦਈਏ, ਉਹਨੂੰ ਅੰਜਾਮ ਤੱਕ ਪਹੁੰਚਾਈਏ। ਤੇ ਜਿਹੜੀਆਂ 3 ਗੱਲਾਂ ਤੁਹਾਡੇ ਨਾਲ ਕੀਤੀਆਂ ਦੋਸਤੋ, ਉਹਨਾਂ 'ਤੇ ਟਿੱਪਣੀ ਜ਼ਰੂਰ ਕਰਿਓ। ਜਿਹੜੇ ਭਰਾ ਵੀ ਕਿਸੇ ਵੀ ਵਿਸ਼ੇ ਬਾਰੇ ਸੰਬੰਧਿਤ ਹੈਗੇ ਹੋ, ਰੈਗੂਲਰ ਕਲੋਨੀਆਂ ਜਿਹੜੀਆਂ ਹੈਗੀਆਂ ਨੇ, ਮੈਂ ਕਿ ਹੁਣ ਰੈਗੂਲਰ ਕਰਾਉਣ ਵਾਸਤੇ ਬਿਲਡਰ ਭੱਜੇ ਵੇ ਆਮ ਆਦਮੀ ਪਾਰਟੀ ਮਗਰ, ਰੈਗੂਲਰ ਬੇਸ਼ੱਕ ਕਰ ਦਿਓ ਕਿਉਂਕਿ ਲੋਕਾਂ ਦਾ ਪੈਸਾ ਲੱਗਿਆ, ਪਰ ਸੰਬੰਧਿਤ ਅਧਿਕਾਰੀਆਂ ਨੇ ਜਿਨ੍ਹਾਂ ਦੇ ਸਾਹਮਣੇ ਉਹ ਕੀ ਆ ਗੈਰ ਨਿਯਮਤ ਕਲੋਨੀਆਂ ਖੜੀਆਂ ਹੋਈਆਂ, ਉਹਨਾਂ ਦੇ ਬਣਦੀ ਸਜ਼ਾ ਕਰਨੀ ਬਣਦੀ ਆ ਜਾਂ ਨਹੀਂ ਬਣਦੀ। ਤੇ ਜਿਹੜਾ MLA ਸੰਦੋਆ ਸਾਬਕਾ MLA ਆ ਜਿਹੜਾ, ਉਹਨੇ ਵੱਲੋਂ ਜਿਹੜੀ ਰਿਸ਼ਵਤਖੋਰੀ ਕੀਤੀ ਗਈ ਆ ਤੇ ਭਿੰਡਰ ਵਰਗੇ ਜਿਨ੍ਹਾਂ ਨੇ ਜੰਗਲਾਤ ਮਹਿਕਮੇ 'ਚ ਘਪਲੇ ਕੀਤੇ, ਉਹਦੇ ਖਿਲਾਫ ਐਕਸ਼ਨ ਕਿਵੇਂ ਲੈਣਾ ਬਣਦਾ, ਉਹਦੇ ਬਾਰੇ ਵੀ ਬੋਲਿਓ ਤੇ ਗੱਲ ਸ਼ੇਅਰ ਜ਼ਰੂਰ ਕਰ ਦਿਓ। ਤੇ CM ਸਾਹਿਬ ਦਾ ਦਰਬਾਰ ਸਾਹਿਬ VIP ਤਰੀਕੇ ਨਾਲ ਮੱਥਾ ਟੇਕਣਾ, ਉਹਦੇ ਜੇ ਖਿਲਾਫ ਹੈਗੇ ਹੋ ਤਾਂ ਵੀ ਕਮੈਂਟ ਜ਼ਰੂਰ ਕਰਿਓ, ਕਿਉਂਕਿ ਅਸੀਂ ਆਸ ਰੱਖਦੇ ਹਾਂ ਗਾਹਾਂ ਤੋਂ ਇਹੋ ਜਿਹਾ ਕੁਝ ਨਾ ਹੋਵੇ। ਸਧਾਰਨ ਜੇਕਰ ਆਮ ਆਦਮੀ ਪਾਰਟੀ 'ਚ ਲੋਕਾਂ ਦੇ ਮਨੋਭਾਵਾਂ ਦੀ ਤਰਜਮਾਨੀ ਕਰਨੀਆਂ ਤਾਂ ਆਮ ਬਣ ਕੇ ਵਿਚਰੋ, ਘੱਟ ਤੋਂ ਘੱਟ ਗੁਰੂ ਘਰ ਜਾ ਕੇ ਤਾਂ ਆਮ ਬਣ ਜਾਓ ਯਾਰ। ਤੁਸੀਂ ਵੀ ਕਹਿੰਦੇ ਰਹੇ ਹੋ ਮੈਂ ਕਿ ਇੰਨੇ ਬੰਦਿਆਂ ਦੀ ਕੀ ਲੋੜ ਆ, ਜੇ ਤੁਸੀਂ ਸਾਫ਼ ਸੁਥਰੇ ਹੋ ਲੋਕਾਂ 'ਚ ਜਾਓ। ਅੱਜ ਤੁਹਾਨੂੰ ਵੀ ਨਾਲ ਜੈਡ ਸਿਕਿਉਰਿਟੀ ਛੱਡੋ, ਮੈਂ ਕਹਿੰਦਾ ਵੀ ਕਿਸ ਤਰੀਕੇ ਦੀ ਸਿਕਿਉਰਿਟੀ ਲਿਜਾਣੀ ਪੈ ਰਹੀ ਆ ਤੁਸੀਂ ਬਿਹਤਰ ਜਾਣਦੇ ਹੋ। ਗੱਲ ਉਨੀ ਕਰੋ ਜਿਵੇਂ ਅਮਨ ਅਰੋੜੇ ਨੇ ਗੱਲ ਉਨੀ ਕੀਤੀ ਆ ਜਿਹੜੀ ਪੁੱਗ ਸਕਦੀ ਆ। ਇਸੇ ਕਰਕੇ ਅਮਨ ਅਰੋੜਾ ਦੀ ਗੱਲ ਦੀ ਮੈਂ ਕਿ ਕੀ ਆ ਅਸੀਂ ਸਲੋਤਾ ਵੀ ਕਰਦੇ ਆ ਕਿ ਜਾਇਜ਼ ਗੱਲ ਕੀਤੀ ਆ, ਬਣਦੀ ਗੱਲ ਕੀਤੀ ਆ, ਜਿੰਨੀ ਕਰਨੀ ਬਣਦੀ ਸੀ। ਤੇ ਆਮ ਵਾਲਿਆਂ ਨੇ ਜਿਹੜੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਉਹ ਸਾਨੂੰ ਵੀ ਪਤਾ ਪੂਰੀਆਂ ਨਹੀਂ ਹੋਣਗੀਆਂ, ਪਰ ਜਿੰਨੀਆਂ ਕੁ ਪੂਰੀਆਂ ਹੋ ਸਕਦੀਆਂ ਉਹਦੇ ਵਾਸਤੇ ਕਹਿੰਦੇ ਰਹਾਂਗੇ, ਯਾਦ ਕਰਾਉਂਦੇ ਰਹਾਂਗੇ। ਤੁਸੀਂ ਨਾਲ ਜੁੜੇ ਰਹੋ ਤੇ ਪੇਜ ਨੂੰ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ।